ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਨਤੀਜਿਆਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ। ਜੇਕਰ ਸੂਤਰਾਂ ਦੀ ਮੰਨੀਏ ਜਾਂ ਕੁਝ ਵੱਡੇ ਲੀਡਰਾਂ ਦੀ ਮੰਨੀਏ ਤਾਂ ਕਾਂਗਰਸ ਦੇ ਵੱਡੇ ਲੀਡਰ ਜਿਹੜੇ ਮੌਜੂਦਾ ਵਿਧਾਇਕ ਜਾਂ ਜਿੱਤਣ ਵਾਲੇ ਵਿਧਾਇਕ ਨੇ ਉਹ ਮੁੜ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਤੇ ਬੀਜੇਪੀ ਦੀ ਸ਼ਰਨ ਦੇ ਵਿੱਚ ਜਾਂਦੇ ਦਿਖਾਈ ਦੇ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਦੀ ਸਿਸਮਾ ਫਾਰਮ ਤੇ ਫਿਰ ਤੋਂ ਰੌਣਕਾਂ ਲੱਗਣ ਲੱਗੀਆਂ ਨੇ। ਕਿਹੜੇ ਲੀਡਰ ਕਾਂਗਰਸ ਦੇ ਮੌਜੂਦਾ ਐਮਐਲਏ ਜਾਂ ਜਿੱਤਣ ਵਾਲੇ ਐਮਐਲਏ ਜਿਹੜੇ ਆ ਉਹ ਜਾ ਰਹੇ ਨੇ ਸਿਸਮਾ ਫਾਰਮ ਹਾਊਸ ਤੇ, ਕਿਉਂ ਜਾ ਰਹੇ ਨੇ, ਇਹਦੇ ਜਿਹੜੇ ਨਤੀਜੇ ਕੀ ਹੋਣਗੇ, ਇਹਦੇ ਕਾਰਨ ਕੀ ਨੇ, ਇਸ ਤੇ ਗੱਲਬਾਤ ਕਰਾਂਗੇ। ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ 'ਚ ਸਰਕਾਰ ਬਣਾਉਣ ਨੂੰ ਲੈ ਕੇ ਅਮਿਤ ਸ਼ਾਹ ਦਾ ਵੱਡਾ ਬਿਆਨ ਆਇਆ। ਕੀ ਕਹਿੰਦੇ ਨੇ ਅਮਿਤ ਸ਼ਾਹ? ਇਹਨਾਂ ਸਾਰੀਆਂ ਖਬਰਾਂ ਤੇ ਵਿਸਥਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਰੋਜ਼ਾਨਾ ਦੀ ਤਰ੍ਹਾਂ ਜੁੜੇ ਹੋਏ ਨੇ ਰਾਜਨੀਤਿਕ ਮਾਹਰ ਦੇ ਤੌਰ ਤੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। बहुत बहुत शुक्रिया, मेहरबानी, धन्यवाद सुखविंदर जी। ਡਾਕਟਰ ਸਾਹਿਬ, ਨਤੀਜੇ ਹੋਣ ਦੇ ਵਿੱਚ ਸਿਰਫ 2-3 ਦਿਨ ਰਹਿ ਗਏ। ਜੋੜ ਤੋੜ ਦੀ ਸਿਆਸਤ ਜਿਹੜੀ ਜਿਹਦੇ ਬਾਰੇ ਆਪਾਂ ਅੱਗੇ ਵੀ ਗੱਲਬਾਤ ਕਰਦੇ ਰਹੇ ਹਾਂ, ਉਹ ਜਿਹੜੀ ਸਿਆਸਤ ਹੁਣੇ ਤੋਂ ਸ਼ੁਰੂ ਹੋ ਚੁੱਕੀ ਹੈ। ਤੇ ਜੇਕਰ ਆਪਾਂ ਮੰਨੀਏ ਕੁਝ ਗੁਪਤ ਸੂਤਰਾਂ ਦੀ ਤੇ ਕੁਝ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਲੱਗਦੇ ਕੁਝ ਵੱਡੇ ਲੀਡਰਾਂ ਦੀ, ਤਾਂ ਉਹ ਇਹ ਗੱਲ ਕਹਿ ਰਹੇ ਨੇ ਕਿ ਸਿਸਮਾ ਫਾਰਮ ਹਾਊਸ ਤੇ ਫਿਰ ਤੋਂ ਰੌਣਕਾਂ ਲੱਗਣ ਲੱਗੀਆਂ ਨੇ। ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਖਾਸਮ ਖਾਸ ਜਿਹੜੇ ਕਾਂਗਰਸ ਦੇ ਵਿੱਚ ਰਹਿ ਗਏ ਸੀਗੇ, ਜਿਹੜੇ ਮੌਜੂਦਾ ਹਾਲੇ ਤੱਕ ਵਿਧਾਇਕ ਵੀ ਨੇ ਜਾਂ ਜਿੱਤਣ ਦੀ ਕਈਆਂ ਦੀ ਜਿਨ੍ਹਾਂ ਦੀ ਆਸ ਵੀ ਹੈ, ਉਹ ਕਹਿੰਦੇ ਦੁਬਾਰਾ ਤੋਂ ਸਿਸਮਾ ਫਾਰਮ ਹਾਊਸ ਦੇ ਚੱਕਰ ਕੱਟਣ ਲੱਗੇ ਨੇ। ਕੀ ਲੱਗਦਾ ਹੈ ਕਿ ਇਹ ਚੱਕਰ ਕੱਟਣ ਦਾ ਕਾਰਨ ਕੀ ਹੈ? ਕਿਤੇ ਕਾਂਗਰਸ ਨੂੰ ਕੋਈ ਝਟਕੇ ਝੁਟਕੇ ਤਾਂ ਨਹੀਂ ਲੱਗਣ ਜਾ ਰਹੇ? ਬੀਜੇਪੀ ਦੀ ਸ਼ਰਨ ਦੇ ਵਿੱਚ ਤਾਂ ਨਹੀਂ ਜਾਣ ਵਾਲੇ ਜਿੱਤ ਤੋਂ ਬਾਅਦ ਕੁਝ ਐਮਐਲਏ? ਜੀ ਸੁਖਵਿੰਦਰ ਜੀ, ਦੇਖੋ, ਜਦੋਂ ਅਸੀਂ ਬੀਜੇਪੀ ਦੀ ਪੋਲਿਟਿਕਸ ਦੇ ਉੱਤੇ ਨਜ਼ਰ ਮਾਰਦੇ ਹਾਂ, ਖਾਸ ਤੌਰ ਤੇ ਪਿਛਲੇ 7 ਸਾਲਾਂ ਦੀ ਪੋਲਿਟਿਕਸ ਹੈ, ਉਹਦੇ ਵਿੱਚ ਬੀਜੇਪੀ ਨੇ ਸਭ ਤੋਂ ਜ਼ਿਆਦਾ ਨਿਸ਼ਾਨਾ ਜਿਹੜਾ ਹੈਗਾ ਉਹ ਕਾਂਗਰਸ ਤੇ ਲਗਾਇਆ। ਯਾਨੀ ਕਿ ਇਹਦਾ ਮਤਲਬ ਮੈਂ ਕਹਿਣ ਦਾ ਇਹ ਕੋਸ਼ਿਸ਼ ਕਰ ਰਿਹਾ ਕਿ ਕਾਂਗਰਸ ਨੂੰ ਤੋੜਨ ਦੀ ਜਿਹੜੀ ਕੋਸ਼ਿਸ਼ ਹੈ ਬੀਜੇਪੀ ਦੀ, ਉਹ ਹਮੇਸ਼ਾ ਹੀ ਰਹੀ ਹੈ। ਔਰ ਜਦੋਂ ਤੁਸੀਂ 24 ਦੀਆਂ ਚੋਣਾਂ ਆਪਾਂ ਲੋਕ ਸਭਾ ਦੀਆਂ ਦੇਖਾਂਗੇ ਤਾਂ ਉਹਦੇ ਵਿੱਚ ਵੀ ਕੋਸ਼ਿਸ਼ ਹੋਏਗੀ ਬੀਜੇਪੀ ਦੀ ਕਿ ਕਾਂਗਰਸ ਨੂੰ ਖਤਮ ਕੀਤਾ ਜਾਏ, ਵੱਖ-ਵੱਖ ਸਟੇਟਾਂ ਦੇ ਵਿੱਚ ਖਤਮ ਕੀਤਾ ਜਾਏ ਔਰ ਉਹਨਾਂ ਨੂੰ ਜਿਹੜੇ ਨੇ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਕੱਢ ਕੇ ਯਾਨੀ ਕਿ ਉਹਨਾਂ ਨੂੰ ਰਲਾਇਆ ਜਾਏ ਆਪਣੀ ਪਾਰਟੀ ਦੇ ਨਾਲ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਬੀਜੇਪੀ ਦਾ ਨਿਸ਼ਾਨਾ ਹਮੇਸ਼ਾ ਹੀ ਰਿਹਾ ਹੈ, ਚਾਹੇ ਤੁਸੀਂ ਵੱਖ-ਵੱਖ ਸਟੇਟਾਂ ਦੀਆਂ ਚੋਣਾਂ ਦੇਖ ਲਓ, ਚਾਹੇ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਦੇਖ ਲਓ, ਕਿ ਕਾਂਗਰਸ ਨੂੰ ਖਤਮ ਕਰਨਾ ਹੈ। ਕਿਉਂਕਿ ਵਿਰੋਧੀ ਧਿਰ ਦੇ ਤੌਰ ਤੇ ਜੇਕਰ ਕਾਂਗਰਸ ਦੁਬਾਰਾ ਫੇਰ ਮਜ਼ਬੂਤ ਹੁੰਦੀ ਹੈ ਲੋਕ ਸਭਾ ਚੋਣਾਂ ਦੇ ਵਿੱਚ, ਤਾਂ ਬਹੁਤ ਵੱਡੀ ਇੱਕ ਸਮੱਸਿਆ ਖੜੀ ਹੋ ਸਕਦੀ ਹੈ ਬੀਜੇਪੀ ਦੇ ਲਈ। ਸੋ ਇਸ ਕਰਕੇ ਉਸ ਸਮੱਸਿਆ ਤੋਂ ਡਰਨ ਦੇ ਲਈ, ਕਿਉਂਕਿ ਬੀਜੇਪੀ ਨੂੰ ਇਹ ਚਾਹੀਦਾ ਹੈ ਕਿ ਸਾਡੀ ਜਿਹੜੀ ਵਿਰੋਧੀ ਧਿਰ ਹੈ ਉਹ ਖਤਮ ਹੋ ਜਾਏ ਕਿਵੇਂ ਨਾ ਕਿਵੇਂ। ਸੋ ਇਸ ਕਰਕੇ ਵਿਰੋਧੀ ਧਿਰ ਨੂੰ ਖਤਮ ਕਰਨ ਦੇ ਲਈ ਉਹਨਾਂ ਨੇ ਕਾਂਗਰਸ ਦੇ ਬੰਦਿਆਂ ਨੂੰ ਪੱਟਿਆ। ਤੁਸੀਂ ਦੇਖਿਆ ਹੋਵੇਗਾ ਕਿ ਸਭ ਤੋਂ ਵੱਡੇ ਥੰਮ ਕੌਣ ਸੀਗੇ ਕਾਂਗਰਸ ਦੇ ਅੱਜ ਤੋਂ 5 ਸਾਲ ਪਹਿਲਾਂ? ਉਹ ਸੀਗੇ ਕੈਪਟਨ ਅਮਰਿੰਦਰ ਸਿੰਘ। ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨੇ ਯਾਨੀ ਕਿ ਪਿਛਲਾ ਜਿਹੜਾ 1.5 ਸਾਲ ਹੈ ਉਸੇ ਦੌਰਾਨ ਹੀ ਕੈਪਟਨ ਸਾਹਿਬ ਨੂੰ ਉਹਨਾਂ ਨੇ ਆਪਣੇ ਨਾਲ ਰਲਾਇਆ ਸੀਗਾ। ਪਿਛਲਾ ਜਿਹੜੇ 5 ਸਾਲ ਬੀਤੇ ਨੇ, ਉਹਨਾਂ 5 ਸਾਲਾਂ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨੇ ਸਿੱਧੇ ਜਾਂ ਸਿੱਧੇ ਤੌਰ ਤੇ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ਕੀਤੀ ਸੀਗੀ। ਯਾਨੀ ਕਿ ਉਹਨਾਂ ਨੂੰ ਬਹੁਤ ਸਾਰੀਆਂ ਬੁਰਕੀਆਂ ਪਾਈਆਂ ਗਈਆਂ ਹੋਣਗੀਆਂ ਔਰ ਇਹ ਕਿਹਾ ਗਿਆ ਹੋਵੇਗਾ ਕਿ ਤੁਸੀਂ ਸਾਡੇ ਨਾਲ ਆਓ, ਤੁਸੀਂ ਇਹ ਸਾਡੇ ਨਾਲ ਕੰਮ ਕਰੋ। ਸੋ ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਵੀ ਤੁਸੀਂ ਦੇਖਿਆ ਹੋਵੇਗਾ ਕਿ ਉਹ ਕਾਂਗਰਸ ਦੀ ਬਜਾਏ ਬੀਜੇਪੀ ਦੀ ਗੱਲਾਂ ਜਿਹੜੀਆਂ ਸੀਗੇ ਜ਼ਿਆਦਾ ਮੰਨਦੇ ਸੀਗੇ, ਬੀਜੇਪੀ ਦੇ ਪੱਖ ਦੇ ਵਿੱਚ ਜ਼ਿਆਦਾ ਬਿਆਨ। ਜਦੋਂ ਅਸੀਂ ਪਿਛਲੇ 5 ਸਾਲਾਂ ਦੇ ਬਿਆਨ ਪੜ੍ਹ ਕੇ ਵੇਖਦੇ ਹਾਂ ਕੈਪਟਨ ਅਮਰਿੰਦਰ ਸਿੰਘ ਦੇ, ਜਦੋਂ ਉਹ ਪੰਜਾਬ ਦੇ ਮੁੱਖ ਮੰਤਰੀ ਵੀ ਹੁੰਦੇ ਸੀਗੇ, ਤਾਂ ਉਸ ਦੌਰਾਨ ਵੀ ਉਹਨਾਂ ਨੇ ਬੀਜੇਪੀ ਵੱਲ ਜਿਹੜਾ ਸੀਗਾ ਆਪਣਾ ਪਾਸਾ ਸਿੱਟਿਆ ਸੀਗਾ। ਸੋ ਕਹਿਣ ਦਾ ਮਤਲਬ ਹੈ ਕਿ ਬੀਜੇਪੀ ਦੀ ਭਾਸ਼ਾ ਬੋਲਦੇ ਨਜ਼ਰ ਆਉਂਦੇ ਸੀਗੇ ਕੈਪਟਨ ਅਮਰਿੰਦਰ ਸਿੰਘ ਪਿਛਲੇ 5 ਸਾਲਾਂ ਦੇ ਦੌਰਾਨ। ਸੋ ਉਹੀ ਗੱਲਾਂ ਹੁਣ ਸਾਹਮਣੇ ਆ ਰਹੀਆਂ ਨੇ ਔਰ ਇਹੀ ਕਾਰਨ ਹੈ ਕਿ ਬੀਜੇਪੀ ਪਾਰਟੀ ਦੇ ਵਿੱਚ ਉਹ ਆਪਣੇ ਜਿਹੜੇ ਖਾਸਮ ਖਾਸ ਬੰਦੇ ਸੀਗੇ, ਚਾਹੇ ਫਤਿਹ ਜੰਗ ਬਾਜਵਾ ਹੋਣ, ਚਾਹੇ ਰਾਣਾ ਗੁਰਮੀਤ ਸੋਢੀ ਹੋਣ ਔਰ ਇਸੇ ਤਰ੍ਹਾਂ ਹੋਰ ਵੀ ਜਿਹੜੇ ਵੱਡੇ ਲੀਡਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਨਾਲ ਆ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ। ਉਹ ਚਾਹੁੰਦੇ ਨੇ ਕਿ ਬੀਜੇਪੀ ਦੇ ਨਾਲ ਅਸੀਂ ਨਾਲ ਰਲ ਕੇ
24 ਦੀਆਂ ਜਿਹੜੀਆਂ ਨੇ ਉਹ ਚੋਣਾਂ ਲੜੀਆਂ ਜਾਣ। ਸੋ ਕਹਿਣ ਦਾ ਮਤਲਬ ਹੈ ਕਿ ਹੁਣ ਤਾਂ ਜਿਹੜੀ ਇਸ ਵੇਲੇ ਤੁਸੀਂ ਅਮਿਤ ਸ਼ਾਹ ਦਾ ਜ਼ਿਕਰ ਕੀਤਾ ਸੀਗਾ, ਅਮਿਤ ਸ਼ਾਹ ਵੀ ਕੀ ਕਹਿ ਰਹੇ ਨੇ, ਉਹ ਕਹਿ ਰਹੇ ਨੇ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਮਜ਼ਬੂਤ ਕਰਨੀ ਹੈ ਆਪਣੀ ਪੋਜੀਸ਼ਨ। ਸੋ ਇਸ ਕਰਕੇ 24 ਦੀ ਤਿਆਰੀ ਇਸ ਵਾਲੇ ਪਾਸੇ ਡਾਕਟਰ ਸਾਹਿਬ ਆਪਾਂ ਜਾਣੇ ਆ, ਇਸ ਵਾਲੇ ਪਾਸੇ ਆਪਾਂ ਜਾਣੇ ਆ, ਜਿਹੜੇ ਸਿਸਟਮ ਫਾਰਮ ਹਾਊਸ ਤੇ ਦਾਵਾ ਕੀਤਾ ਜਾ ਰਿਹਾ ਕਿ ਕੱਲ ਕਹਿੰਦੇ ਕੁਝ ਐਮਐਲਏ ਮਿਲ ਕੇ ਆਏ ਨੇ ਕੈਪਟਨ ਅਮਰਿੰਦਰ ਸਿੰਘ ਨੂੰ, ਇਹ ਗੱਲ ਪੱਕੀ ਹੋ ਸਕਦੀ ਹੈ ਕਿ ਉਹੀ ਐਮਐਲਏ ਨੇ ਜਿਨ੍ਹਾਂ ਦੀ ਜਿੱਤਣ ਦੀ ਗਾਰੰਟੀ ਹੈ, ਜਾਂ ਫਿਰ ਉਹ ਐਮਐਲਏ ਨੇ ਜਿਨ੍ਹਾਂ ਨੂੰ ਡਰ ਲੱਗਦਾ ਕਿ ਭਾਈ ਸਾਡਾ ਇੱਧਰ ਕੁਝ ਬਣਨਾ ਨਹੀਂ, ਜਿੱਤਣਾ ਅਸੀਂ ਹੈ ਨਹੀਂ, ਕਿਉਂ ਨਾ ਅਸੀਂ ਪਹਿਲਾਂ ਹੀ ਕੋਈ ਸਾਈ ਵਧਾਈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਲਾ ਕੇ ਰੱਖੀਏ। ਕੀ ਇਹੋ ਜਿਹੀ ਗੱਲਬਾਤ ਕੀ ਹੋ ਸਕਦਾ? ਜੀ ਸੁਖਿੰਦਰ ਜੀ, ਦੇਖੋ ਜੇਕਰ ਕਾਂਗਰਸ ਦੇ ਐਮਐਲਏ ਮੰਨ ਲਓ 10-15 ਐਮਐਲਏ ਜਾਂ 20 ਐਮਐਲਏ ਜਿੱਤ ਵੀ ਜਾਂਦੇ ਨੇ, ਮੰਨ ਲਓ ਜਿੱਤਣ ਵਾਲੇ ਵੀ ਐਮਐਲਏ ਹੋ ਸਕਦੇ ਨੇ, ਤਾਂ ਕੀ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਸਰਕਾਰ ਕਾਂਗਰਸ ਦੀ ਨਹੀਂ ਬਣੇਗੀ, ਔਰ ਜੇਕਰ ਕਾਂਗਰਸ ਦੀ ਸਰਕਾਰ ਨਹੀਂ ਬਣਦੀ ਪੰਜਾਬ ਦੇ ਵਿੱਚ ਜਾਂ ਗੱਠਜੋੜ ਦੇ ਨਾਲ ਵੀ ਨਹੀਂ ਬਣਦੀ, ਤਾਂ ਲਾਜ਼ਮੀ ਤੌਰ ਤੇ ਇਹ ਜਿਹੜੇ ਐਮਐਲਏ ਸਾਹਿਬਾਨ ਨੇ ਇਹ ਬੀਜੇਪੀ ਦਾ ਪੱਲਾ ਫੜ ਸਕਦੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੁਲ ਦਾ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਦੇ ਰਾਹੀਂ, ਯਾਨੀ ਕਿ ਬੀਜੇਪੀ ਦੀ ਝੋਲੀ ਦੇ ਵਿੱਚ ਜਾਣ ਦੀਆਂ ਕੋਸ਼ਿਸ਼ਾਂ ਕਿਹਦੇ ਰਾਹੀਂ ਹੋ ਰਹੀਆਂ ਨੇ? ਕੈਪਟਨ ਅਮਰਿੰਦਰ ਸਿੰਘ ਜੀ ਦੇ ਰਾਹੀਂ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਵੱਡੀ ਸ਼ਕਤੀ ਦੇ ਤੌਰ ਤੇ ਉੱਭਰ ਰਹੇ ਨੇ। ਖਾਸ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਬੀਜੇਪੀ ਦੇ ਵਿੱਚ ਤੁਸੀਂ ਦੇਖੋਗੇ ਕਿ ਕੈਪਟਨ ਸਾਹਿਬ ਨੂੰ ਹੁਣ ਕੀ ਚਾਹੀਦਾ? ਕੈਪਟਨ ਸਾਹਿਬ ਨੂੰ ਕੁਝ ਨਾ ਕੁਝ ਬੁਰਕੀ ਜ਼ਰੂਰ ਚਾਹੀਦੀ ਹੈ, ਕੋਈ ਨਾ ਕੋਈ ਡੀਲ ਅੰਦਰ ਖਾਤੇ ਜ਼ਰੂਰ ਹੋਈ ਹੈ ਕਿ ਤੁਸੀਂ ਕਾਂਗਰਸ ਦੇ ਬੰਦੇ ਪੱਟੋ, ਅਸੀਂ ਤੁਹਾਨੂੰ ਇਸ ਇਵਜ਼ ਦੇ ਵਿੱਚ ਰਾਜਪਾਲ ਵੀ ਲਾ ਸਕਦੇ ਆ ਕਿਸੇ ਸਟੇਟ ਦਾ, ਜਾਂ ਕਿਉਂਕਿ ਸੱਤਾ ਉਹਨਾਂ ਕੋਲੇ ਹੈ। ਜਿਹੜੀ ਕੈਪਟਨ ਅਮਰਿੰਦਰ ਸਿੰਘ ਬਾਰ-ਬਾਰ ਗੱਲ ਕਰ ਰਹੇ ਨੇ ਕਿ 24 ਦੇ ਵਿੱਚ ਵੀ ਬੀਜੇਪੀ ਹੀ ਸੱਤਾ ਦੇ ਵਿੱਚ ਆਏਗੀ ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ। ਸੋ ਕਹਿਣ ਦਾ ਮਤਲਬ ਹੈ ਕਿ ਬੀਜੇਪੀ ਦੇ ਰਾਹੀਂ ਕੈਪਟਨ ਅਮਰਿੰਦਰ ਸਿੰਘ ਇੱਕ ਵੱਡੀ ਗੇਮ ਖੇਡਣ ਦੀ ਕੋਸ਼ਿਸ਼ ਕਰ ਰਹੇ ਨੇ, ਔਰ ਉਹਨਾਂ ਦਾ ਸਿਰਫ ਤੇ ਸਿਰਫ ਇੱਕੋ ਹੀ ਏਜੰਡਾ ਹੈ ਕਿ ਪੰਜਾਬ ਦੇ ਵਿੱਚੋਂ ਕਾਂਗਰਸ ਨੂੰ ਖਤਮ ਕਰ ਦੇਣਾ। ਸੋ ਇਸ ਕਰਕੇ ਉਸ ਏਜੰਡੇ ਦੇ ਉੱਤੇ ਉਹ ਪਹਿਲਾਂ ਵੀ ਲੱਗੇ ਹੋਏ ਆ, ਪਿਛਲੇ 5 ਸਾਲਾਂ ਤੋਂ ਕੰਮ ਕਰ ਰਹੇ ਆ, ਔਰ ਜਦੋਂ ਉਹਨਾਂ ਨੂੰ ਆਪਣੀ ਕੁਰਸੀ ਤੋਂ ਉਤਾਰਿਆ ਗਿਆ, ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਵੱਡਾ ਬਿਆਨ ਉਸ ਵੇਲੇ ਇਹੀ ਦਿੱਤਾ ਸੀਗਾ ਕਿ ਮੇਰੇ ਨਾਲ ਧੋਖਾ ਹੋਇਆ ਹੈ, ਮੈਂ ਇਹਦਾ ਬਦਲਾ ਲੈਣਾ ਹੈ, ਔਰ ਮੈਂ ਹਰ ਹਾਲਤ ਦੇ ਵਿੱਚ ਕਾਂਗਰਸ ਨੂੰ, ਜਾਂ ਘੱਟੋ ਘੱਟ ਉਹਨਾਂ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਮੈਂ ਕਿਸੇ ਵੀ ਹਾਲਤ ਦੇ ਵਿੱਚ ਜਿੱਤਣ ਨਹੀਂ ਦੇਵਾਂਗਾ। ਸੋ ਇਹ ਗੱਲਾਂ ਤੁਸੀਂ ਉਹ ਨੋਟ ਕਰੋ। ਸੋ ਉੱਥੋਂ ਕੀ ਲੱਗ ਰਿਹਾ ਹੈ ਕਿ ਕਿਵੇਂ ਨਾ ਕਿਵੇਂ ਕੈਪਟਨ ਸਾਹਿਬ ਦੀ ਇੱਛਾ ਇਹ ਹੈ ਕਿ ਪੰਜਾਬ ਦੇ ਵਿੱਚੋਂ ਕਾਂਗਰਸ ਦੇ ਚਾਹੇ ਉਹ ਜਿੱਤਣ ਵਾਲੇ ਲੀਡਰ ਹੋਣ ਚਾਹੇ ਨਾ ਜਿੱਤਣ ਵਾਲੇ ਲੀਡਰ ਹੋਣ, ਉਹਨਾਂ ਨੂੰ ਬੀਜੇਪੀ ਦੀ ਝੋਲੀ ਦੇ ਵਿੱਚ ਪਾਇਆ ਜਾਏ, ਔਰ ਉਹਦੇ ਇਵਜ਼ ਦੇ ਵਿੱਚ ਕੋਈ ਵੱਡੀ ਅਹੁਦਾ ਜਿਹੜਾ ਹੈਗਾ ਵੱਡਾ ਤੁਸੀਂ ਦੇਖੋਗੇ, ਚਾਹੇ ਰਾਜਪਾਲ ਦਾ ਅਹੁਦਾ ਹੋ ਸਕਦਾ ਹੈ ਜਾਂ ਹੋਰ ਕੋਈ ਵੱਡਾ ਅਹੁਦਾ ਹੋ ਸਕਦਾ ਹੈ, ਉਹ ਅਹੁਦਾ ਲਿਆ ਜਾਏ। ਇਹੀ ਗੇਮ ਜਿਹੜੀ ਹੈਗੀ ਹੈ ਪਿਛਲੇ 5 ਸਾਲਾਂ ਤੋਂ ਚੱਲਦੀ ਆ ਰਹੀ ਹੈ, ਔਰ ਇਸ ਗੇਮ ਨੂੰ ਉਹਨਾਂ ਨੇ ਹੁਣ ਹੋਰ ਭਖਾ ਦਿੱਤਾ ਹੈ, ਔਰ 24 ਤੱਕ ਆਉਂਦਿਆਂ ਬੁਰੀ ਤਰ੍ਹਾਂ ਪੰਜਾਬ ਦੇ ਵਿੱਚ ਕਾਂਗਰਸ ਦਾ ਜਿਹੜਾ ਹੈਗਾ ਨੁਕਸਾਨ ਕਰ ਸਕਦੇ ਨੇ ਕੈਪਟਨ ਅਮਰਿੰਦਰ ਸਿੰਘ। ਸੁਖਿੰਦਰ ਜੀ, ਉਧਰ ਕੈਬਨਿਟ ਦੀ ਮੀਟਿੰਗ ਦੀ ਇਜਾਜ਼ਤ ਮੰਗੀ ਹੈ ਜਿਹੜੇ ਚਰਨਜੀਤ ਸਿੰਘ ਚੰਨੀ ਨੇ, ਕੀ ਕਾਰਨ ਹੋ ਸਕਦਾ ਕਿ ਇਹੋ ਜਿਹੀਆਂ ਗੱਲਾਂ ਹੋ ਸਕਦੀਆਂ ਨੇ ਕਿ ਕੋਈ ਨਾ ਕੋਈ ਉਹਨਾਂ ਨੇ ਕੈਬਨਿਟ ਦੇ ਵਿੱਚ ਕੋਈ ਗੱਲਬਾਤ ਕਰਨੀ ਹੋਵੇ ਗੱਠਜੋੜ ਦੀ ਚਰਚਾ ਨੂੰ ਲੈ ਕੇ, ਜਾਂ ਉਹਨਾਂ ਦੇ ਕੋਲ ਵੀ ਕੋਈ ਇਨਫੋਰਮੇਸ਼ਨ ਹੋਵੇ ਕਿ ਭਾਈ ਸਾਡੇ ਜਿਹੜੇ ਲੀਡਰ ਭੱਜ ਰਹੇ ਨੇ ਜਾਂ ਫਿਰ ਦੂਜੀਆਂ ਪਾਰਟੀਆਂ ਦੇ ਨਾਲ ਅੰਦਰ ਖਾਤੇ ਜਿਹੜੇ ਮੀਟਿੰਗਾਂ ਕਰ ਰਹੇ ਨੇ, ਜਾਂ ਕੋਈ ਹੋਰ ਰਣਨੀਤੀ? ਕੈਬਨਿਟ ਦੀ ਮੀਟਿੰਗ ਦੀ ਲੋੜ ਕੀ ਪੈ ਗਈ? ਰਿਜ਼ਲਟ ਤੋਂ 2-3 ਦਿਨ ਪਹਿਲਾਂ ਕੈਬਨਿਟ ਦੀ ਮੀਟਿੰਗ ਦੀ ਇਜਾਜ਼ਤ ਮੰਗ ਰਹੇ ਚਰਨਜੀਤ ਸਿੰਘ ਚੰਨੀ। ਸੁਖਵਿੰਦਰ ਜੀ, ਚੰਨੀ ਸਾਹਿਬ ਦੇ ਉੱਤੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਹ ਜਿਹੜੇ ਨੇ ਅਟੈਕ ਹੁੰਦੇ ਆ ਰਹੇ ਨੇ। ਉਹ ਇਹ ਅਟੈਕ ਨੇ ਕਿ ਚਾਹੇ ਉਹ BBMBA ਦਾ ਜਿਹੜਾ ਹੈਗਾ ਮਸਲਾ ਹੋਵੇ, ਚਾਹੇ ਸਿਟਕੋ ਦਾ ਮਸਲਾ ਹੋਵੇ, ਚਾਹੇ ਹੋਰ ਜਿਹੜੇ ਪੰਜਾਬ ਦੇ ਸੰਘੀ ਢਾਂਚੇ ਨਾਲ ਸੰਬੰਧਿਤ ਮਸਲੇ ਹੋਣ, ਉਹਨਾਂ ਦੇ ਉੱਤੇ ਚੰਨੀ ਸਾਹਿਬ ਨੇ ਚੁੱਪ ਸਾਧੀ ਰੱਖੀ ਹੈ। ਔਰ ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਵਾਰੀ ਕੋਸ਼ਿਸ਼ ਕੀਤੀ ਗਈ ਕਿ ਚੰਨੀ ਸਾਹਿਬ ਕੋਈ ਨਾ ਕੋਈ ਇਹਨਾਂ ਮੁੱਦਿਆਂ ਦੇ ਉੱਤੇ, ਜਿਹੜੇ ਪੰਜਾਬ ਦੇ ਨਾਲ ਮੁੱਦੇ ਨੇ, ਉਹਨਾਂ ਦੇ ਉੱਤੇ ਕੋਈ ਆਪਣਾ ਬਿਆਨ ਦੇਣ, ਪਰ ਚੰਨੀ ਸਾਹਿਬ ਦੀ ਜਿਹੜੀ ਚੁੱਪ ਸੀਗੀ ਉਹ ਬਹੁਤ ਵੱਡੇ ਸਵਾਲ ਪੈਦਾ ਕਰਦੀ ਸੀਗੀ। ਔਰ ਇਸ ਕਰਕੇ ਉਮੀਦ ਹੈ ਕਿ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੇ ਲਈ ਵੀ ਹੋ ਸਕਦਾ ਹੈ ਕਿ ਇਹ ਮੀਟਿੰਗ, ਕੈਬਨਿਟ ਦੀ ਮੀਟਿੰਗ ਸੱਦੀ ਗਈ ਹੋਵੇ। ਦੂਜੀ ਵੱਡੀ ਗੱਲ ਜਿਹੜੀ ਹੋ ਸਕਦੀ ਹੈ ਉਹ, ਕਿਉਂਕਿ ਹੁਣ 10 ਤਰੀਕ ਤੱਕ ਜਿਹੜਾ ਆਪਾਂ ਸਾਰੇ ਜਾਣਦੇ ਹਾਂ ਕਿ ਚੋਣਾਂ ਦੇ ਨਤੀਜੇ ਆ ਰਹੇ ਨੇ, ਔਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸਟ੍ਰੈਟਜੀ ਕਿਵੇਂ ਬਣਾਉਣੀ ਹੈ ਜਾਂ ਉਸ ਤੋਂ ਪਹਿਲਾਂ ਕਿਹੜੀ ਸਟ੍ਰੈਟਜੀ ਬਣਾਉਣੀ ਹੈ, ਉਹਦੇ ਬਾਰੇ ਵੀ ਗੱਲਬਾਤ ਹੋ ਸਕਦੀ ਹੈ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ
ਕਿ ਹੁਣ ਕਿਉਂਕਿ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਕਾਂਗਰਸ ਦੇ ਉੱਤੇ ਵੱਡਾ ਪ੍ਰੈਸ਼ਰ ਹੈ। ਕਾਂਗਰਸ ਦੇ ਉੱਤੇ ਪਹਿਲਾ ਵੱਡਾ ਪ੍ਰੈਸ਼ਰ ਇਹੀ ਹੈ ਕਿ ਪੰਜਾਬ ਦੇ ਲੋਕਾਂ ਨੇ, ਚਾਹੇ ਉਹ ਕੈਪਟਨ ਸਾਹਿਬ ਹੋਣ, ਚਾਹੇ ਚੰਨੀ ਸਾਹਿਬ ਦਾ ਦੌਰ ਹੋਵੇ, ਉਹਦੇ ਵਿੱਚ ਉਹਨਾਂ ਨੂੰ ਬਹੁਤਾ ਕੋਈ ਜਿਹੜਾ ਹੈਗਾ ਉਹਨਾਂ ਨੇ ਨੇੜੇ ਨਹੀਂ ਲਾਇਆ ਕਾਂਗਰਸ ਨੂੰ। ਔਰ ਤੁਸੀਂ ਦੇਖਿਆ ਹੋਏਗਾ ਕਿ ਚਾਹੇ ਕੈਪਟਨ ਸਾਹਿਬ ਦੇ ਜਿਹੜੇ 4.5 ਸਾਲ, ਪੌਣੇ 5 ਸਾਲ ਸੀਗੇ, ਉਸ ਦੌਰਾਨ ਵੀ ਕੈਪਟਨ ਸਾਹਿਬ ਨੇ ਜਿਹੜੇ ਵੱਡੇ ਇਸੇ ਗੱਲ ਤੇ ਜੇਕਰ ਆਈਏ, ਕਿਉਂਕਿ ਜਿਸ ਤਰੀਕੇ ਦੇ ਨਾਲ ਮੀਟਿੰਗ ਚੋਣ ਕਮਿਸ਼ਨ ਤੋਂ ਕੈਬਨਿਟ ਮੀਟਿੰਗ ਦੀ ਇਜਾਜ਼ਤ ਮੰਗੀ ਗਈ ਹੈ, ਤਾਂ ਇਹ ਕਾਰਨ ਹੋ ਸਕਦਾ ਹੈ ਕਿ ਜਿਹੜਾ BBMB ਦਾ ਮਸਲਾ ਚੱਲ ਰਿਹਾ ਹੈ ਉਸ ਸੰਬੰਧ ਦੇ ਵਿੱਚ ਕੋਈ ਗੱਲਬਾਤ ਮੀਟਿੰਗ ਹੋ ਸਕਦੀ ਹੈ ਕੇਂਦਰ ਦੇ ਖਿਲਾਫ, ਜਾਂ ਫਿਰ ਜਿਸ ਤਰੀਕੇ ਦੇ ਨਾਲ ਵਾਰ-ਵਾਰ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਲੀਡਰ ਕਹਿ ਰਹੇ ਨੇ ਕਿ ਸਿਸਮਾ ਫਾਰਮ ਤੋਂ ਜਿਹੜਾ ਪੰਜਾਬ ਦੀ ਸਿਆਸਤ ਦਾ ਸ਼ੋਅ ਚੱਲੇਗਾ, ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿੰਗ ਮੇਕਰ ਹੋਣਗੇ, ਕਿਹੜੀ ਸਥਿਤੀ ਨੂੰ ਸਾਂਭਣ ਦੇ ਲਈ ਇਹ ਕੈਬਨਿਟ ਮੀਟਿੰਗ ਹੋ ਰਹੀ ਹੈ? ਪਾਰਟੀ ਦੀ ਸਥਿਤੀ ਨੂੰ ਸਾਂਭਣ ਦੇ ਲਈ ਜਾਂ BBMB ਦੇ ਮੁੱਦੇ ਤੇ? ਦੇਖੋ, ਪਾਰਟੀ ਨੂੰ ਜਿਹੜਾ ਹੈਗਾ ਸੰਭਾਲਣ ਦੀ ਗੱਲ ਤਾਂ ਸਭ ਤੋਂ ਇੰਪੋਰਟੈਂਟ ਹੈ, ਔਰ ਉਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਅੱਗੇ ਆਉਣਾ ਚਾਹੀਦਾ, ਕਿਉਂਕਿ ਨਵਜੋਤ ਸਿੰਘ ਸਿੱਧੂ ਵਾਹਿਦ ਇੱਕ ਐਸੇ ਲੀਡਰ ਨੇ ਜਿਹੜੇ ਇਸ ਵੇਲੇ ਪੰਜਾਬ ਦੀ ਕਾਂਗਰਸ ਦੇ ਪ੍ਰਧਾਨ ਵੀ ਨੇ। ਕਿਉਂਕਿ ਜਦੋਂ ਅਸੀਂ ਸੰਗਠਨਾਤਮਕ ਢਾਂਚੇ ਦੀ ਗੱਲ ਕਰਦੇ ਹਾਂ ਤਾਂ ਲਾਜ਼ਮੀ ਤੌਰ ਤੇ ਇਹਦੇ ਵਿੱਚ ਪ੍ਰਧਾਨ ਦੀ ਵੱਡੀ ਡਿਊਟੀ ਬਣਦੀ ਹੈ। ਸੋ ਇਸ ਕਰਕੇ ਤੁਸੀਂ ਪਿਛਲੀ ਮੀਟਿੰਗ ਦੇ ਵਿੱਚ ਵੀ ਵੇਖਿਆ ਹੋਏਗਾ ਕਿ ਜਦੋਂ ਚੋਣਾਂ ਤੋਂ ਇਮੀਡੀਏਟਲੀ ਬਾਅਦ ਮੀਟਿੰਗ ਹੋਈ ਸੀਗੀ, ਉਹਦੇ ਵਿੱਚੋਂ ਵੀ ਨਵਜੋਤ ਸਿੰਘ ਸਿੱਧੂ ਗੈਰ ਹਾਜ਼ਰ ਰਹੇ ਸੀਗੇ। ਸੋ ਇਸ ਕਰਕੇ ਬੜੇ ਵੱਡੇ ਸਵਾਲ ਜਿਹੜੇ ਨੇ ਕਾਂਗਰਸ ਦੀ ਜਿਹੜਾ ਸੰਗਠਨਾਤਮਕ ਢਾਂਚਾ ਹੈ ਜਾਂ ਜਥੇਬੰਦਕ ਢਾਂਚਾ ਹੈ, ਉਹਦੇ ਉੱਤੇ ਵੱਡੇ ਸਵਾਲ ਇਸ ਵੇਲੇ ਉੱਠ ਰਹੇ ਨੇ। ਔਰ ਉਹਦਾ ਫਾਇਦਾ ਕਿਹਨੂੰ ਹੋ ਰਿਹਾ ਹੈ? ਉਹਦਾ ਫਾਇਦਾ ਕੈਪਟਨ ਅਮਰਿੰਦਰ ਸਿੰਘ ਜੀ ਉਠਾ ਰਹੇ ਨੇ। ਔਰ ਕੈਪਟਨ ਅਮਰਿੰਦਰ ਸਿੰਘ ਜੀ ਬਾਰ-ਬਾਰ ਜਿਹੜੇ ਇਹ ਰੁੱਸੇ ਹੋਏ ਲੀਡਰ ਨੇ ਕਾਂਗਰਸ ਦੇ, ਉਹਨਾਂ ਨੂੰ ਆਪਣੇ ਕੋਲ ਬੁਲਾ ਰਹੇ ਨੇ ਔਰ ਉਹਨਾਂ ਨੂੰ ਇਹੀ ਕਹਿ ਰਹੇ ਨੇ ਕਿ ਤੁਸੀਂ ਭਾਈ ਕਾਂਗਰਸ ਦਾ ਖਹਿੜਾ ਛੱਡੋ, ਤੁਸੀਂ BJP ਦੇ ਵਿੱਚ ਸ਼ਾਮਲ ਹੋਵੋ ਜਾਂ ਮੇਰੀ ਪਾਰਟੀ ਵੱਲ ਆਓ। ਯਾਨੀ ਕਿ ਕਹਿਣ ਦਾ ਮਤਲਬ ਹੈ ਕਿ ਜਥੇਬੰਦਕ ਢਾਂਚੇ ਦੇ ਤੌਰ ਤੇ ਵੀ ਬਹੁਤ ਵੱਡੇ ਸਵਾਲ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਨੂੰ ਉਹਨਾਂ ਨੂੰ ਸਾਹਮਣਾ ਕਰਨਾ ਪਏਗਾ। ਕਿਉਂਕਿ ਜੇਕਰ ਤੁਹਾਡਾ ਜਥੇਬੰਦਕ ਢਾਂਚਾ ਖਿਲਰਦਾ ਹੈ, ਜੇਕਰ ਤੁਹਾਡੀ ਕਾਂਗਰਸ ਖਿਲਰਦੀ ਹੈ, ਤਾਂ ਲਾਜ਼ਮੀ ਤੌਰ ਤੇ ਇਹਦਾ ਫਾਇਦਾ BJP ਨੂੰ ਹੋਣ ਦੀਆਂ ਸੰਭਾਵਨਾਵਾਂ ਜ਼ਿਆਦਾ ਨਜ਼ਰ ਆ ਰਹੀਆਂ ਨੇ। ਕੱਲਾ ਹੁਣੀ ਕਿ ਇਹਨਾਂ ਚੋਣਾਂ ਦੇ ਵਿੱਚ 24 ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਹੈਗਾ, ਮੈਨੂੰ ਲੱਗਦਾ ਹੈ ਕਿ ਰਣਨੀਤੀ ਘੜੀ ਜਾ ਰਹੀ ਹੈ BJP ਦੇ ਰਾਹੀਂ, ਅਮਿਤ ਸ਼ਾਹ ਦੇ ਰਾਹੀਂ, ਕਿ 24 ਦੀਆਂ ਚੋਣਾਂ ਨੂੰ ਕਿਵੇਂ ਕੱਲਿਆਂ ਤੌਰ ਤੇ BJP ਲੜੇਗੀ ਔਰ ਇੱਥੋਂ ਸੀਟਾਂ ਹਾਸਲ ਕਰਨ ਦੀ ਕੋਸ਼ਿਸ਼ ਦੇ ਵਿੱਚ BJP ਹੈਗੀ ਹੈ। ਸੋ ਉਹਦਾ ਵੱਡਾ ਕਾਰਨ ਇਹੀ ਹੈ ਕਿ ਕਾਂਗਰਸ ਦੇ ਉੱਤੇ ਕਿਵੇਂ ਨਿਸ਼ਾਨਾ ਸਾਧਿਆ ਜਾਵੇ, ਕਾਂਗਰਸ ਨੂੰ ਕਿਵੇਂ ਤਬਾਹ ਕੀਤਾ ਜਾਵੇ। ਜਿਵੇਂ ਬਾਕੀ ਸਟੇਟਾਂ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ UP ਦੇ ਵਿੱਚ ਜਿਹੜੀ ਹੈਗੀ ਆ ਕਾਂਗਰਸ ਦਾ ਨਾਂ ਨਿਸ਼ਾਨ ਇਸ ਵੇਲੇ ਨਜ਼ਰ ਨਹੀਂ ਆ ਰਿਹਾ, ਇਸੇ ਤਰ੍ਹਾਂ ਬਾਕੀ ਸਟੇਟਾਂ ਦੇ ਵਿੱਚ ਜਿਹੜਾ ਹੈਗਾ ਹੌਲੀ ਹੌਲੀ BJP ਨੇ ਕਾਂਗਰਸ ਨੂੰ ਖਤਮ ਕੀਤਾ ਹੈ। ਸੋ ਕਹਿਣ ਦਾ ਮਤਲਬ ਹੈ ਕਿ BJP ਇਸ ਵੇਲੇ ਸਭ ਤੋਂ ਵੱਡਾ ਨਿਸ਼ਾਨਾ ਸਾਧ ਰਹੀ ਹੈ ਕਾਂਗਰਸ ਦੇ ਉੱਤੇ। ਔਰ ਜੇਕਰ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਚੰਨੀ ਸਾਹਿਬ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ, ਕਿਉਂਕਿ ਉਹਨਾਂ ਨੂੰ ਵੱਡਾ ਚਿਹਰਾ ਬਣਾਇਆ ਗਿਆ ਸੀਗਾ, ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਗਿਆ ਸੀਗਾ। ਜੇਕਰ ਉਹਨਾਂ ਦੇ ਚਿਹਰੇ ਦੇ ਨਾਂ ਦੇ ਉੱਤੇ ਜਾਂ ਮੁੱਖ ਮੰਤਰੀ ਦੇ ਚਿਹਰੇ ਦੇ ਉੱਤੇ ਜੇਕਰ ਕਾਂਗਰਸ ਤਬਾਹ ਹੁੰਦੀ ਹੈ, ਕਾਂਗਰਸ ਖਤਮ ਹੁੰਦੀ ਹੈ, ਤਾਂ ਵੱਡੇ ਸਵਾਲ ਚੰਨੀ ਸਾਹਿਬ ਦੇ ਉੱਤੇ ਵੀ ਉੱਠ ਸਕਦੇ ਨੇ। ਸੋ ਇਹਨਾਂ ਸਵਾਲਾਂ ਦੇ ਜਵਾਬ ਦੇਣ ਦੇ ਲਈ ਉਹਨਾਂ ਨੇ ਬੇਨਤੀ ਕੀਤੀ ਹੈ ਚੋਣ ਕਮਿਸ਼ਨ ਕੋਲੇ ਕਿ ਸਾਡੀ ਮੀਟਿੰਗ ਜਿਹੜੀ ਹੈਗੀ ਹੈ, ਕੈਬਨਿਟ ਮੀਟਿੰਗ ਸੱਦਣ ਦੀ ਸਾਨੂੰ ਜਿਹੜੀ ਹੈਗੀ ਇਜਾਜ਼ਤ ਦਿੱਤੀ ਜਾਵੇ। ਪਰ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਬਹੁਤਾ ਹੁਣ ਚੋਣ ਕਮਿਸ਼ਨ ਨੇ ਉਹਨਾਂ ਨੂੰ ਤਵੱਜੋ ਨਹੀਂ ਦੇਣੀ, ਕਿਉਂਕਿ ਸਮਾਂ ਬਹੁਤ ਘੱਟ ਰਹਿ ਗਿਆ, 2 ਦਿਨ ਵਿਚਕਾਰ ਨੇ ਜਾਂ 3 ਦਿਨ ਵਿਚਕਾਰ ਨੇ। ਸੋ ਇਹਨਾਂ 3 ਦਿਨਾਂ ਦੇ ਵਿੱਚ ਕੋਈ ਵੱਡੇ ਫੈਸਲੇ ਲੈਣ ਦੀਆਂ ਕੋਈ ਸੰਭਾਵਨਾਵਾਂ ਨਜ਼ਰ ਨਹੀਂ ਆ ਰਹੀਆਂ। ਸੋ ਚੰਨੀ ਸਾਹਿਬ ਨੂੰ ਆਪਣੀ ਜਿਹੜੀ ਹੈਗੀ ਹੈ ਹੋਰ ਕਿਤੇ ਬਾਕੀ ਸਟੇਟਾਂ ਦੇ ਵਿੱਚ ਜਾ ਰਹੇ ਨੇ, ਕਦੇ ਅਸਾਮ ਜਾ ਕੇ ਮੱਥਾ ਟੇਕ ਰਹੇ ਨੇ, ਉਹ ਕਦੇ ਕਿਤੇ ਹੋਰ ਜਾ ਰਹੇ ਨੇ, ਉਹਦੀ ਬਜਾਏ ਆਪਣੇ ਕੁਨਬੇ ਨੂੰ ਸੰਭਾਲਣ ਦੀ ਲੋੜ ਹੈ ਇਸ ਵੇਲੇ। ਕਿਉਂਕਿ ਜੇਕਰ ਇਹ ਕੁਨਬਾ ਖਿਲਰ ਗਿਆ ਤਾਂ ਇਹਦੇ ਨਾਲ ਕੱਲਾ ਇਹ ਨਹੀਂ ਕਿ ਇਹਨਾਂ ਚੋਣਾਂ ਦੇ ਵਿੱਚ ਹੀ 24 ਦੀਆਂ ਚੋਣਾਂ ਦੇ ਵਿੱਚ ਵੱਡੇ ਨੁਕਸਾਨ ਕਾਂਗਰਸ ਨੂੰ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਸੁਖਵਿੰਦਰ ਜੀ, ਬਿਲਕੁਲ। ਉਧਰ ਜੇ ਆਪਾਂ ਅਗਲੀ ਖਬਰ ਦੀ ਗੱਲਬਾਤ ਕਰੀਏ, ਜਿਵੇਂ ਆਪਾਂ ਅਮਿਤ ਸ਼ਾਹ ਦੀ ਗੱਲਬਾਤ ਕਰਕੇ ਹਟੇ ਹਾਂ, ਅਮਿਤ ਸ਼ਾਹ ਇਹ ਗੱਲ ਇੱਕ ਪਾਸੇ ਕਹਿ ਰਹੇ ਨੇ ਕਿ ਭਾਈ 4 ਸੂਬਿਆਂ ਦੇ ਵਿੱਚ, ਜਾਣੀ ਕਿ 5 ਸੂਬਿਆਂ ਦੇ ਵਿੱਚ ਚੋਣਾਂ ਹੋਈਆਂ ਨੇ, ਕਹਿੰਦੇ 4 ਸੂਬਿਆਂ 'ਚ ਸਾਨੂੰ ਬਹੁਮਤ ਮਿਲੂਗੀ ਤੇ ਪੰਜਾਬ 'ਚ ਸਥਿਤੀ ਬਿਹਤਰ ਹੋਊਗੀ। ਇਹ ਤੋਂ ਕੀ ਲੱਗਦਾ ਹੈ ਕਿ ਅਮਿਤ ਸ਼ਾਹ ਪੰਜਾਬ ਦੇ ਵਿੱਚ ਆਸ ਛੱਡੀ ਬੈਠੇ ਨੇ, ਜਾਂ ਫਿਰ ਜਿਸ ਤਰੀਕੇ ਦੇ ਨਾਲ ਅਮਿਤ ਸ਼ਾਹ ਤੋਂ ਡਰਿਆ ਜਾ ਰਿਹਾ ਬਾਕੀ ਪਾਰਟੀਆਂ ਦੇ ਵੱਲੋਂ ਕਿ ਅਮਿਤ ਸ਼ਾਹ ਇਦਾਂ ਨਹੀਂ ਹੋਣ ਦੇਣਗੇ, ਅਮਿਤ ਸ਼ਾਹ ਇਦਾਂ ਨਹੀਂ ਹੋਣ ਦੇਣਗੇ, ਤਾਂ ਕੀ ਲੱਗਦਾ ਹੈ ਕਿ ਅਮਿਤ ਸ਼ਾਹ ਹੱਥ ਖੜੇ ਕਰਕੇ ਪੰਜਾਬ ਦੇ ਵਿੱਚੋਂ ਤਾਂ ਉਹਨਾਂ ਨੇ ਮੰਨ ਲਿਆ ਕਿ
ਅਕਾਲੀ ਦਲ ਅਤੇ ਬੀਜੇਪੀ ਨੂੰ ਜਿਹੜੀ ਬਹੁਮਤ ਨਹੀਂ ਮਿਲ ਰਹੀ ਅੰਦਰ ਖਾਤੇ, ਕਿਉਂਕਿ ਕੇਂਦਰ ਦੀ ਪਾਰਟੀ ਹੈ, ਕੇਂਦਰ ਦੇ ਵਿੱਚ ਉਹਨਾਂ ਦੀ ਸਰਕਾਰ ਹੈ, ਹਰ ਹੀਲਾ ਵਸੀਲਾ ਉਹਨਾਂ ਨੂੰ ਪਤਾ ਲੱਗਦਾ ਕਿ ਕਿੱਥੇ ਕੀ ਹੋ ਰਿਹਾ, ਕਿੱਥੇ ਕੀ ਹੋ ਰਿਹਾ। ਤਾਂ ਉਹਨਾਂ ਨੇ ਵੀ ਆਪਣੇ ਤੌਰ ਤੇ ਪਤਾ ਕਰਾਇਆ ਹੋਣਾ, ਜਿਹਦੇ ਕਰਕੇ ਉਹਨਾਂ ਨੂੰ ਲੱਗਦਾ ਹੋਣਾ ਕਿ ਭਾਈ ਅਕਾਲੀ ਦਲ ਤੇ ਬੀਜੇਪੀ ਦੇ ਗੱਠਜੋੜ ਦੇ ਨਾਲ ਵੀ ਸਰਕਾਰ ਜਿਹੜੀ ਸ਼ਾਇਦ ਨਾ ਬਣੇ। ਤਾਂ ਇਸੇ ਕਰਕੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋਊਗੀ ਤੇ 4 ਸੂਬਿਆਂ ਦੇ ਵਿੱਚ ਸਾਡੀ ਸਰਕਾਰ ਹੋਊਗੀ, ਜਾਂ ਫਿਰ ਇਸ ਤੋਂ ਬਾਅਦ ਵੀ ਕੋਈ ਹੀਲਾ ਵਸੀਲਾ ਉਹਨਾਂ ਦੇ ਵੱਲੋਂ ਵਰਤਿਆ ਜਾਊਗਾ। ਸੁਖਿੰਦਰ ਜੀ ਦੇਖੋ, ਜਿੱਥੋਂ ਤੱਕ ਅਮਿਤ ਸ਼ਾਹ ਦੀ ਇਹਨਾਂ ਗੱਲਾਂ ਦਾ ਸੰਬੰਧ ਹੈ, ਤਾਂ ਆਪਾਂ ਦੇਖਦੇ ਹਾਂ ਕਿ ਜਦੋਂ ਬੰਗਾਲ ਦੀਆਂ ਚੋਣਾਂ ਪਿਛਲੇ ਵਾਰੀ ਹੋ ਰਹੀਆਂ ਸੀਗੀਆਂ ਤਾਂ ਉਦੋਂ ਵੀ ਅਮਿਤ ਸ਼ਾਹ ਦੇ ਇਸ ਤਰ੍ਹਾਂ ਦੇ ਬਿਆਨ ਆਉਂਦੇ ਸੀ ਕਿ ਸਾਡੀ ਸਰਕਾਰ ਬੰਗਾਲ ਦੇ ਵਿੱਚ ਬਣ ਰਹੀ ਹੈ, ਪਹਿਲੀ ਵਾਰੀ ਸਾਡੀ ਸਰਕਾਰ ਬਣੇਗੀ, 200 ਸੀਟਾਂ ਅਸੀਂ ਲਵਾਂਗੇ। ਸੋ ਇਦਾਂ ਦੇ ਬਿਆਨਬਾਜ਼ੀ ਜਿਹੜੀ ਸੀਗੀ ਉਹ ਉਸ ਵੇਲੇ ਵੀ ਕਰਦੇ ਸੀਗੇ। ਸੋ ਹੁਣ ਵੀ ਜਿਹੜੇ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਅਸੀਂ 4 ਸੂਬਿਆਂ ਦੇ ਵਿੱਚ ਦੁਬਾਰਾ ਸਾਡੀ ਸੱਤਾ ਆਏਗੀ, ਖਾਸ ਤੌਰ ਤੇ ਯੂਪੀ ਦੇ ਵਿੱਚ, ਉੱਤਰਾਖੰਡ ਦੇ ਵਿੱਚ, ਮਣੀਪੁਰ ਦੇ ਵਿੱਚ, ਗੋਆ ਦੇ ਵਿੱਚ, ਜਾਂ ਇੱਥੋਂ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਇੰਨਾ ਕੌਨਫੀਡੈਂਸ ਦੇ ਨਾਲ ਜਦੋਂ ਤੁਸੀਂ ਝੂਠ ਬੋਲਦੇ ਹੋ ਤਾਂ ਲਾਜ਼ਮੀ ਤੌਰ ਤੇ ਇਹੀ ਗੱਲਾਂ ਤੁਸੀਂ ਬੰਗਾਲ ਦੇ ਵਿੱਚ ਤਾਂ ਤੁਹਾਨੂੰ ਮੂੰਹ ਦਿਖਾਣੀ ਪਈ ਸੀਗੀ। ਸੋ ਇਹ ਗੱਲਾਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਹਵਾ ਦੇ ਵਿੱਚ ਗੱਲਾਂ ਜ਼ਰੂਰ ਕਹੀਆਂ ਜਾ ਸਕਦੀਆਂ ਨੇ, ਪਰ ਇਹਦੇ ਵਿੱਚ ਹਕੀਕੀ ਤੌਰ ਤੇ ਕੋਈ ਆਪਾਂ ਕਹਿ ਸਕਦੇ ਹਾਂ ਕਿ ਹਕੀਕਤ ਸਾਹਮਣੇ ਨਹੀਂ ਆ ਰਹੀ। ਜਿਹੜੀ ਹੈਗੀ ਜ਼ਮੀਨੀ ਜਦੋਂ ਅਸੀਂ ਰੋਲ ਦੇਖਦੇ ਹਾਂ ਇਹ ਸਾਰੀਆਂ ਚੀਜ਼ਾਂ ਦਾ ਬੀਜੇਪੀ ਦਾ ਖਾਸ ਤੌਰ ਤੇ, ਤਾਂ ਪਿਛਲੇ ਲੰਮੇ ਸਮੇਂ ਤੋਂ ਯੂਪੀ ਦੇ ਵਿੱਚ ਕਿਹੜੇ ਯੂਪੀ ਦੇ ਲੋਕ ਨੇ ਉਹ ਵਿਰੋਧ ਕਰ ਰਹੇ ਨੇ ਬੀਜੇਪੀ ਦਾ। ਉੱਥੇ ਵੀ ਬਹੁਤ ਵੱਡੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਸਮਾਜਵਾਦੀ ਪਾਰਟੀ ਹੈ ਉਹਨਾਂ ਨੂੰ ਚੈਲੰਜ ਦੇ ਰਹੀ ਹੈ। ਸੋ ਇਸੇ ਤਰ੍ਹਾਂ ਗੋਆ ਦੇ ਵਿੱਚ ਕੋਈ ਜਿਹੜੀ ਉੱਥੇ ਕਾਂਗਰਸ ਵੀ ਤੁਸੀਂ ਦੇਖੋਗੇ ਕਿ ਅੱਗੇ ਆ ਰਹੀ, ਆਮ ਆਦਮੀ ਪਾਰਟੀ ਵੀ ਉੱਥੇ ਅੱਗੇ ਆ ਰਹੀ ਹੈ। ਸੋ ਇਸੇ ਤਰ੍ਹਾਂ ਉੱਤਰਾਖੰਡ ਦੇ ਵਿੱਚ ਸੰਭਾਵਨਾਵਾਂ ਨੇ ਕਿ ਕਾਂਗਰਸ ਜਿਹੜੀ ਹੈਗੀ ਹੈ ਦੁਬਾਰਾ ਆ ਸਕਦੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਬੀਜੇਪੀ ਜਾਂ ਅਮਿਤ ਸ਼ਾਹ ਜੀ ਜਿਹੜੇ ਨੇ ਉਹ ਲਗਾਤਾਰ ਝੂਠ ਬੋਲ ਕੇ ਲੋਕਾਂ ਨੂੰ ਭਰਮਾਉਣ ਦੀ ਜ਼ਰੂਰ ਕੋਸ਼ਿਸ਼ ਕਰ ਰਹੇ ਨੇ। ਇਹਦੇ ਨਾਲ ਕੀ ਹੋ ਰਿਹਾ ਹੈ, ਇਹਦੇ ਨਾਲ ਸਿਰਫ ਤੇ ਸਿਰਫ ਉਹ 24 ਦੀਆਂ ਤਿਆਰੀਆਂ ਜ਼ਰੂਰ ਕਰਦੇ ਨਜ਼ਰ ਆ ਰਹੇ ਨੇ ਇਦਾਂ ਦੇ ਬਿਆਨਾਂ ਦੇ ਰਾਹੀਂ, ਔਰ ਲੋਕਾਂ ਨੂੰ ਉਹ ਇਹ ਕਹਿ ਰਹੇ ਨੇ ਕਿ ਚਲੋ ਕੋਈ ਗੱਲ ਨਹੀਂ, ਇਸ ਵਾਰੀ ਨਹੀਂ ਤਾਂ ਤੁਸੀਂ 24 ਦੇ ਵਿੱਚ ਸਾਨੂੰ ਵੋਟਾਂ ਜ਼ਰੂਰ ਪਾਇਓ। ਸੋ ਕਹਿਣ ਦਾ ਮਤਲਬ ਹੈ ਕਿ ਇਹੀ ਗੱਲਾਂ ਤੁਹਾਨੂੰ ਪੰਜਾਬ ਦੇ ਵਿੱਚ ਵੀ ਵੇਖਣ ਨੂੰ ਮਿਲਣਗੀਆਂ। ਪੰਜਾਬ ਦੇ ਬਾਰੇ ਜਿਹੜੇ ਉਹਨਾਂ ਦੇ ਬਿਆਨ ਆ ਰਹੇ ਨੇ ਉਹਨਾਂ ਨੂੰ ਇਹ ਗੱਲ ਤਾਂ ਕਲੀਅਰ ਹੋ ਰਹੀ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹ ਪੰਜਾਬ ਦੇ ਵਿੱਚ ਬੀਜੇਪੀ ਨੂੰ ਲੋਕ ਮੂੰਹ ਨਹੀਂ ਲਾ ਰਹੇ, ਇਹ ਗੱਲ ਬਿਲਕੁਲ ਸਪਸ਼ਟ ਉਹਨਾਂ ਨੂੰ ਹੋ ਚੁੱਕੀ ਹੈ। ਪਰ ਹੁਣ ਕਿਉਂਕਿ ਹਜੇ ਸਮਾਂ ਪਿਆ ਹੈ 24 ਦੀਆਂ ਚੋਣਾਂ ਦੇ ਵਿੱਚ, ਉਹ ਇਹਨਾਂ ਬਿਆਨਾਂ ਦੇ ਰਾਹੀਂ 24 ਦੇ ਲਈ ਆਪਾਂ ਕਹਿ ਸਕਦੇ ਹਾਂ ਕਿ ਰਾਹ ਪੱਧਰਾ ਕਰ ਰਹੇ ਨੇ, ਆਪਣੀ ਜ਼ਮੀਨ ਤਲਾਸ਼ ਰਹੇ ਨੇ। ਪਰ ਮੈਨੂੰ ਲੱਗ ਰਿਹਾ ਹੈ ਕਿ ਪੰਜਾਬ ਦੇ ਲੋਕ ਕਦੇ ਵੀ ਬੀਜੇਪੀ ਨੂੰ ਮੂੰਹ ਨਹੀਂ ਲਾਉਣਗੇ। ਇਹਨੂੰ ਸਮਝਣ ਦੀ ਲੋੜ ਹੈ। ਪੰਜਾਬ ਕਦੇ ਵੀ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਮੋਦੀ ਦੀ ਵੇਵ ਸੀਗੀ ਕਿਸੇ ਵੇਲੇ, ਚਾਹੇ ਉਹ 17 ਦੀਆਂ ਚੋਣਾਂ ਦੇਖ ਲਓ, ਚਾਹੇ 19 ਦੀਆਂ ਚੋਣਾਂ ਦੇਖ ਲਓ, ਚਾਹੇ ਕਿ ਉਸ ਤੋਂ ਪਹਿਲਾਂ ਤੁਸੀਂ 12 ਦੀਆਂ ਜਾਂ ਉਸ ਤੋਂ ਬਾਅਦ ਤੁਸੀਂ ਦੇਖ ਲਓ, ਯਾਨੀ ਕਿ ਜਿਹੜੀਆਂ ਵੀ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੋਣ, ਚਾਹੇ ਲੋਕ ਸਭਾ ਦੀਆਂ ਚੋਣਾਂ ਹੋਣ, ਜਿਹੜੀਆਂ ਵੀ ਚੋਣਾਂ ਲੜੀਆਂ ਨੇ ਪੰਜਾਬ ਦੇ ਵਿੱਚ ਕਦੇ ਵੀ ਬੀਜੇਪੀ ਦੀਆਂ ਜਿਹੜੀਆਂ ਨੇ ਉਸ ਤਰ੍ਹਾਂ ਦੀਆਂ ਸੀਟਾਂ ਨਹੀਂ ਆਈਆਂ ਕਿ ਉਹ ਆਪਣੀ ਸੱਤਾ ਇੱਥੇ ਸਥਾਪਿਤ ਕਰ ਸਕੇ, ਜਾਂ ਇੱਕ ਜਿਹੜਾ ਹੈਗਾ ਇੱਕ ਵਧੀਆ ਇੱਕ ਚੰਗਾ ਜਿਹੜਾ ਹੈਗਾ ਚੋਣ ਪ੍ਰਤੀਸ਼ਤ ਉਹਨਾਂ ਨੂੰ ਮਿਲ ਸਕੇ। ਸੋ ਇਸੇ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਸਿਰਫ ਉਹਨਾਂ ਦੀਆਂ ਹਵਾਈ ਗੱਲਾਂ ਨੇ, ਉਹਨਾਂ ਦੀ ਸਿਰਫ ਬਿਆਨਬਾਜ਼ੀ ਹੈ, ਉਹਨਾਂ ਦੀ ਸਿਰਫ ਜੁਮਲੇਬਾਜ਼ੀ ਹੈ, ਔਰ ਇਸੇ ਜੁਮਲੇਬਾਜ਼ੀ ਕਰਕੇ ਆਪਾਂ ਸਾਰੇ ਜਾਣਦੇ ਹਾਂ ਕਿ ਅਮਿਤ ਸ਼ਾਹ ਜਾਣੇ ਜਾਂਦੇ ਨੇ। ਸੋ ਇਸ ਕਰਕੇ ਜੇਕਰ ਹਕੀਕੀ ਤੌਰ ਤੇ ਵੇਖੀਏ ਤਾਂ ਕਦੇ ਵੀ ਬੀਜੇਪੀ ਨੂੰ, ਚਾਹੇ 24 ਦੀ ਤੁਸੀਂ ਗੱਲ ਕਰਾਂਗੇ ਆਪਾਂ, ਚਾਹੇ ਇਹਨਾਂ 22 ਦੀਆਂ ਚੋਣਾਂ ਦੇ ਵਿੱਚ, ਕਦੇ ਵੀ ਬੀਜੇਪੀ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾ ਸਕਦੇ, ਨਾ ਲਾਉਣਗੇ, ਨਾ ਪਹਿਲਾਂ ਲਾਇਆ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ, ਔਰ ਭਵਿੱਖ ਦੇ ਵਿੱਚ ਇਤਿਹਾਸ ਜਿਹੜਾ ਹੈਗਾ, ਇਤਿਹਾਸ ਦੇ ਵਿੱਚੋਂ ਹੀ ਭਵਿੱਖ ਨਿਕਲਦਾ ਹੈ। ਸੋ ਇਸ ਕਰਕੇ ਕੋਈ ਸੰਭਾਵਨਾਵਾਂ ਬੀਜੇਪੀ ਦੀਆਂ ਉਸ ਤਰ੍ਹਾਂ ਦੀਆਂ ਨਹੀਂ ਆ ਰਹੀਆਂ ਜਿਸ ਤਰ੍ਹਾਂ ਦੇ ਬਿਆਨ ਅਮਿਤ ਸ਼ਾਹ ਜੀ ਪੰਜਾਬ ਬਾਰੇ ਦੇ ਰਹੇ ਨੇ। ਸੁਖਿੰਦਰ ਜੀ ਬਿਲਕੁਲ। ਤਾਂ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਤਾਂ ਇਹ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ।